ਅੱਜ ਆਓ ਅਸੀਂ ਬਿਨਾਂ ਕਿਸੇ ਉੱਤਰ ਦਾ ਜੀਵਨ ਇਸ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਨੂੰ ਸਾਂਝਾ ਕਰੀਏ। ਜਦੋਂ ਲੋਕਾਂ ਨੂੰ ਪੁੱਛਿਆ ਜਾਂਦਾ ਹੈ ਜੀਵਨ ਦਾ ਅਰਥ ਕੀ ਹੈ, ਇਸ ਦੁਨੀਆ ਵਿੱਚ ਜਿਉਣ ਦਾ ਮਕਸਦ ਕੀ ਹੈ, ਇਸ ਤੇ ਬਹੁਤ ਜਵਾਬ ਦਿੰਦੇ ਹਨ, ਮੈਂ ਨਹੀਂ ਜਾਣਦਾ। ਕੋਈ ਵੀ ਅਸਲ ਵਿੱਚ ਜੀਵਨ ਦੇ ਬਾਰੇ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਜਾਣਦਾ। ਫਿਰ ਮਨੁੱਖ ਇਸ ਦੁਨੀਆ ਵਿੱਚ ਕਿਉਂ ਪੈਦਾ ਹੋਏ ਹਨ? ਅਸੀਂ ਇਸ ਧਰਤੀ ਤੇ ਕਿਉਂ ਜੀ ਰਹੇ ਹਾਂ? ਕੀ ਇਸ ਦਾ ਕੋਈ ਕਾਰਨ ਨਹੀਂ ਹੋਣਾ ਚਾਹੀਦਾ? ਜਦੋਂ ਮੈਂ ਪਹਿਲੀ ਵਾਰ ਅਮਰੀਕਾ ਦਾ ਦੌਰਾ ਕੀਤਾ ਤਦ ਜਾਂਚ ਚੌਕੀ ਤੇ ਇੱਕ ਇਮੀਗ੍ਰੇਸ਼ਨ ਅਧਿਕਾਰੀ ਨੇ ਮੈਨੂੰ ਪੁੱਛਿਆ, ਸੰਯੁਕਤ ਰਾਜ ਅਮਰੀਕਾ ਵਿੱਚ ਤੁਹਾਡੀ ਯਾਤਰਾ ਦਾ ਮਕਸਦ ਕੀ ਹੈ? ਇਹ ਪਹਿਲਾ ਸਵਾਲ ਸੀ ਜੋ ਮੇਰੇ ਤੋਂ ਪੁੱਛਿਆ ਗਿਆ ਸੀ। ਇਹਨਾਂ ਦਿਨਾਂ ਵਿੱਚ ਵੀ ਉਸੇ ਤਰ੍ਹਾਂ ਹੀ ਹੈ। ਜਦੋਂ ਵੀ ਮੈਂ ਦੂਸਰੇ ਦੇਸ਼ਾਂ ਵਿੱਚ ਸਾਡੇ ਚਰਚਾਂ ਦਾ ਦੌਰਾ ਕਰਦਾ ਹਾਂ ਤਦ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਪਹਿਲਾ ਸਵਾਲ ਇਹੀ ਹੁੰਦਾ ਹੈ, ਇਸ ਦੇਸ਼ ਵਿੱਚ ਤੁਹਾਡੀ ਯਾਤਰਾ ਦਾ ਮਕਸਦ ਕੀ ਹੈ? ਬਾਈਬਲ ਵਿੱਚ ਸਾਨੂੰ ਧਰਤੀ ਤੇ ਪਰਦੇਸੀ ਅਤੇ ਬਾਹਰੀ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਫਿਰ ਇਸ ਧਰਤੀ ਤੇ ਆਉਣ ਦਾ ਮਕਸਦ ਕੀ ਹੈ? ਸਾਰਥਕ ਜੀਵਨ ਜਿਉਣ ਦੇ ਲਈ ਸਾਨੂੰ ਉਸ ਮਕਸਦ ਨੂੰ ਸਮਝਣ ਦੀ ਜ਼ਰੂਰਤ ਹੈ। ਹਾਲਾਂਕਿ ਕਿਉਂਕਿ ਕੋਈ ਵੀ ਇਸ ਸਵਾਲ ਦਾ ਜਵਾਬ ਨਹੀਂ ਜਾਣਦਾ, ਅਸੀਂ ਇਸ ਧਰਤੀ ਤੇ ਕਿਉਂ ਆਏ ਅਤੇ ਕਿੱਥੇ ਜਾ ਰਹੇ ਹਾਂ, ਤਦ ਅਸੀਂ ਹਰ ਦਿਨ ਉਸੇ ਅਰਥਹੀਨ ਰੂਟੀਨ ਤੋਂ ਲੰਘਦੇ ਹੋਏ ਬਸ ਜੀ ਰਹੇ ਹਾਂ। ਪਰ ਬਾਈਬਲ ਸਾਨੂੰ ਜਵਾਬ ਦਿੰਦੀ ਹੈ। ਸਵਰਗੀ ਪਿਤਾ ਅਤੇ ਮਾਤਾ ਜੀ ਨੇ ਸਾਨੂੰ ਇਹਨਾਂ ਸਵਾਲਾਂ ਦੇ ਸਾਰੇ ਜਵਾਬ ਦਿੱਤੇ ਹਨ। ਅਸੀਂ ਕਿੱਥੋਂ ਆਏ ਹਾਂ, ਅਸੀਂ ਕਿੱਥੇ ਜਾ ਰਹੇ ਹਾਂ। ਇਸ ਧਰਤੀ ਨਾਮ ਦੇ ਗ੍ਰਹਿ ਤੇ ਸਾਡੀ ਯਾਤਰਾ ਦਾ ਇੱਕ ਸਪਸ਼ਟ ਮਕਸਦ ਹੈ। ਜੇਕਰ ਕੋਈ ਪੁੱਛਦਾ ਹੈ ਮਨੁੱਖ ਧਰਤੀ ਤੇ ਕਿਉਂ ਆਇਆ ਹੈ, ਤਦ ਸਾਨੂੰ ਉਹਨਾਂ ਨੂੰ ਸਹੀ ਉੱਤਰ ਦੇਣਾ ਚਾਹੀਦਾ ਹੈ। ਜਦੋਂ ਇੱਕ ਇਮੀਗ੍ਰੇਸ਼ਨ ਅਧਿਕਾਰੀ ਤੁਹਾਨੂੰ ਪੁੱਛਦਾ ਹੈ ਤੁਹਾਡੀ ਯਾਤਰਾ ਦਾ ਮਕਸਦ ਕੀ ਹੈ, ਤਦ ਤੁਹਾਨੂੰ ਉਹਨਾਂ ਨੂੰ ਸਾਫ਼ ਜਵਾਬ ਦੇਣਾ ਚਾਹੀਦਾ ਹੈ। ਨਹੀਂ ਤਾਂ ਉਹਨਾਂ ਨੂੰ ਤੁਹਾਡੇ ਤੇ ਸ਼ੱਕ ਲੱਗ ਸਕਦਾ ਹੈ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਦ ਤੁਹਾਨੂੰ ਅੱਗੇ ਦੀ ਜਾਂਚ ਦੇ ਲਈ ਦੂਸਰੇ ਕਮਰੇ ਵਿੱਚ ਲੈ ਜਾਣਗੇ ਅਤੇ ਜੇਕਰ ਤੁਹਾਡੀ ਯਾਤਰਾ ਅਯੋਗ ਹੈ ਤਦ ਤੁਹਾਨੂੰ ਗ੍ਰਿਫਤਾਰ ਕੀਤਾ ਜਾਵੇਗਾ। ਇਸ ਤਰ੍ਹਾਂ ਅਸੀਂ ਆਪਣੇ ਜੀਵਨ ਦੇ ਕਰਕੇ ਅਤੇ ਮਕਸਦ ਨੂੰ ਸਪਸ਼ਟ ਰੂਪ ਨਾਲ ਸਮਝੇ ਬਿਨਾਂ ਧਰਤੀ ਤੇ ਆਪਣੀ ਯਾਤਰਾ ਦੇ ਲਈ ਮਕਸਦ ਅਤੇ ਸਹੀ ਮੰਜ਼ਿਲ ਕਿਵੇਂ ਨਿਰਧਾਰਿਤ ਕਰ ਸਕਦੇ ਹਾਂ? ਹਾਲਾਂਕਿ ਜ਼ਿਆਦਾਤਰ ਲੋਕ ਬਿਨਾਂ ਕਿਸੇ ਮਕਸਦ ਦੇ ਹਰ ਰੋਜ਼ ਜਿਉਂਦੇ ਹਨ। ਸਾਡੇ ਵਿਸ਼ਵਾਸ ਦੇ ਜੀਵਨ ਵਿੱਚ ਸਾਨੂੰ ਚਰਚ ਵਿੱਚ ਸਿਰਫ ਸਤੁਤੀ ਗਾਉਣ, ਪ੍ਰਾਰਥਨਾ ਕਰਨ ਅਤੇ ਉਪਦੇਸ਼ ਸੁਣਨ ਦੇ ਲਈ ਨਹੀਂ ਆਉਣਾ ਚਾਹੀਦਾ, ਕਿਉਂਕਿ ਇਹ ਸਬਤ ਦਾ ਦਿਨ ਹੈ। ਜਦੋਂ ਤੋਂ ਇਹ ਉੱਤਰ ਦਾ ਸਾਨੂੰ ਗਿਆਨ ਹੋਇਆ ਹੈ ਤਦ ਕਿ ਸਾਨੂੰ ਖੁਸ਼ੀ ਅਤੇ ਧੰਨਵਾਦ ਦੇ ਨਾਲ ਸਾਡੇ ਵਿਸ਼ਵਾਸ ਦੇ ਜੀਵਨ ਦੇ ਰਾਹ ਤੇ ਨਹੀਂ ਚੱਲਣਾ ਚਾਹੀਦਾ। ਸਾਰੇ ਲੋਕੋ ਜੀਵਨ ਬਹੁਤ ਛੋਟਾ ਹੈ। ਬਾਈਬਲ ਵਿੱਚ ਮਨੁੱਖੀ ਜੀਵਨ ਦੀ ਤੁਲਨਾ ਭਾਵ ਨਾਲ ਕੀਤੀ ਗਈ ਹੈ, ਜੋ ਸਵੇਰੇ ਥੋੜੀ ਦੇਰ ਲਈ ਦਿਖਾਈ ਦਿੰਦੀ ਹੈ ਫਿਰ ਗਾਇਬ ਹੋ ਜਾਂਦੀ ਹੈ। ਇਹ ਸਾਡੇ ਜੀਵਨ ਦੇ ਦਿਨਾਂ ਦੀ ਤੁਲਨਾ ਕਾਂ ਅਤੇ ਫੁੱਲਾਂ ਨਾਲ ਵੀ ਕਰਦਾ ਹੈ। ਸਾਰੇ ਲੋਕੋ, ਕੀ ਤੁਸੀਂ ਦੇਖਿਆ ਹੈ ਕਿ ਚੈਰੀ ਫੁੱਲ ਕਿੰਨੇ ਦਿਨਾਂ ਤੱਕ ਖਿੰਡਿਆ ਰਹਿੰਦਾ ਹੈ? ਦਰਖਤ ਸੁੰਦਰ ਦਿਖਦੇ ਹਨ ਅਤੇ ਲਗਭਗ ਇੱਕ ਹਫ਼ਤੇ ਤੱਕ ਖਿੰਡਦੇ ਹਨ, ਫਿਰ ਅੱਧੇ ਫੁੱਲ ਡਿੱਗ ਜਾਂਦੇ ਹਨ। ਅਗਲੇ ਦਿਨ ਬਚੇ ਹੋਏ ਅੱਧੇ ਡਿੱਗ ਜਾਂਦੇ ਹਨ ਅਤੇ ਗਾਇਬ ਹੋ ਜਾਂਦੇ ਹਨ। ਇੱਕ ਸਾਲ ਵਿੱਚ 365 ਦਿਨਾਂ ਵਿੱਚੋਂ ਕੀ ਫੁੱਲ ਸਿਰਫ 2 ਹਫ਼ਤੇ ਤੱਕ ਨਹੀਂ ਖਿੜਦੇ ਹਨ? ਮੇਰਾ ਮੰਨਣਾ ਹੈ ਕਿ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਮਨੁੱਖ ਜੀਵਨ ਅਸਲ ਵਿੱਚ ਕਿੰਨਾ ਛੋਟਾ ਹੈ। ਇਸ ਕਰਕੇ ਸਾਨੂੰ ਦੁਨੀਆ ਦੇ ਸਾਰੇ ਲੋਕਾਂ ਦੇ ਨਾਲ ਜੀਵਨ ਦੇ ਉੱਤਰਾਂ ਨੂੰ ਸਾਂਝਾ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੀ ਅਨੰਤ ਸਵਰਗ ਦੇ ਰਾਜ ਦੇ ਵੱਲ ਅਗਵਾਈ ਕਰਨੀ ਚਾਹੀਦੀ ਹੈ। ਅਸੀਂ ਸੰਸਾਰਿਕ ਦੁਨੀਆ ਤੋਂ ਇਲਾਵਾ ਆਤਮਿਕ ਦੁਨੀਆ ਦੇ ਬਾਰੇ ਸਮਝਣ ਤੋਂ ਬਾਅਦ ਇੱਕ ਸਾਰਥਕ ਜੀਵਨ ਜੀ ਸਕਦੇ ਹਾਂ। ਜ਼ਿਆਦਾਤਰ ਲੋਕ ਕਹਿੰਦੇ ਹਨ ਮੇਰੇ ਜੀਵਨ ਦੇ ਬਾਰੇ ਵਿੱਚ ਮੇਰੇ ਕੋਲ
ਕੋਈ ਜਵਾਬ ਨਹੀਂ ਹੈ। ਮੈਂ ਆਪਣੀਆਂ ਅੱਖਾਂ ਖੋਲਦਾ ਹਾਂ ਕਿਉਂਕਿ ਸੂਰਜ ਚੜ੍ਹਦਾ ਹੈ, ਕਿਉਂਕਿ ਮੈਨੂੰ ਖਿਲਾਉਣ ਦੇ ਲਈ ਕੋਈ ਨਹੀਂ ਹੈ। ਇਸ ਲਈ ਮੈਨੂੰ ਆਪਣਾ ਖਾਣਾ ਖਰੀਦਣ ਦੇ ਲਈ ਕੰਮ ਕਰਨਾ ਪੈਂਦਾ ਹੈ। 60 ਜਾਂ 70 ਸਾਲ ਤੱਕ ਜਿਉਣ ਦੇ ਬਾਅਦ ਜਦੋਂ ਲੋਕ ਖੁਦ ਨੂੰ ਪੁੱਛਦੇ ਹਨ, ਮੈਂ ਇਸ ਧਰਤੀ ਤੇ ਕਿਉਂ ਆਇਆ, ਮੈਂ ਆਪਣੇ ਜੀਵਨ ਵਿੱਚ ਕੀ ਹਾਸਲ ਕੀਤਾ, ਉਹ ਸਿੱਟਾ ਕੱਢਦੇ ਹਨ, ਮੈਂ ਅਸਲ ਵਿੱਚ ਬਿਨਾਂ ਕਿਸੇ ਮਕਸਦ ਦੇ ਆਪਣਾ ਸੰਪੂਰਨ ਜੀਵਨ ਬਿਤਾਇਆ। ਕੀ ਇਸ ਦਾ ਜਵਾਬ ਇਹ ਹੈ ਕਿ ਜੀਵਨ ਦੇ ਉੱਤਰ ਮੌਜੂਦ ਨਹੀਂ ਹੈ? ਪਰਮੇਸ਼ਵਰ ਨੇ ਸਪਸ਼ਟ ਰੂਪ ਨਾਲ ਸਾਨੂੰ ਸਾਡੀ ਮੌਜੂਦਗੀ ਦੇ ਅਤੇ ਧਰਤੀ ਤੇ ਰਹਿੰਦੇ ਹੋਏ ਸਾਨੂੰ ਕੀ ਕਰਨਾ ਚਾਹੀਦਾ ਹੈ, ਇਸ ਦੇ ਸਾਰੇ ਜਵਾਬ ਦਿੱਤੇ ਹਨ। ਹਾਲਾਂਕਿ ਲੋਕ ਇਹਨਾਂ ਉੱਤਰਾਂ ਨੂੰ ਭੁੱਲ ਕੇ 70-80 ਸਾਲ ਦੇ ਸਮੇਂ ਦੇ ਲਈ ਆਪਣੇ ਜੀਵਨ ਨੂੰ ਬੇਕਾਰ ਕਰ ਰਹੇ ਹਨ। ਸਾਨੂੰ ਸਾਰਿਆਂ ਨੂੰ ਧਰਤੀ ਤੇ ਆਪਣੇ ਜੀਵਨ ਦੇ ਕਾਰਨ ਆਪਣੇ ਮਕਸਦ ਨੂੰ ਸਪਸ਼ਟ ਰੂਪ ਨਾਲ ਸਮਝਣਾ ਚਾਹੀਦਾ ਹੈ ਅਤੇ ਇਸ ਸਮੇਂ ਦੇ ਦੌਰਾਨ ਪਰਮੇਸ਼ਵਰ ਦਾ ਡਰ ਮੰਨਣਾ ਚਾਹੀਦਾ ਹੈ। ਆਓ ਅਸੀਂ ਅਫਸੀਆਂ ਅਧਿਆਇ 2 ਤੇ ਜਾਈਏ। ਅਧਿਆਇ 2 ਵਚਨ 1। ਉਹਨੇ ਤੁਹਾਨੂੰ ਵੀ ਜਦ ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਮੁਰਦੇ ਸਾਂ ਜਿਵਾਲਿਆ, ਜਿਨ੍ਹਾਂ ਦੇ ਵਿੱਚ ਤੁਸੀਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਇਖਤਿਆਰ ਦੇ ਸਰਦਾਰ ਦੇ ਅਰਥਾਤ ਉਸ ਰੂਹ ਦੇ ਅਨੁਸਾਰ ਅੱਗੇ ਚੱਲਦੇ ਸਾਂ, ਜਿਹੜੀ ਹੁਣ ਅਨਾਗਿਆਕਾਰੀ ਦੇ ਪੁੱਤਰਾਂ ਵਿੱਚ ਅਸਰ ਕਰਦੀ ਹੈ। ਅਤੇ ਉਹਨਾਂ ਵਿੱਚ ਅਸੀਂ ਵੀ ਸਭੋ ਸਰੀਰ ਅਤੇ ਮਨ ਦੀਆਂ ਚਾਵਾਂ ਨੂੰ ਪੂਰਾ ਕਰਦਿਆਂ ਆਪਣੇ ਸਰੀਰ ਦੀਆਂ ਕਾਮਨਾ ਵਿੱਚ ਅੱਗੇ ਦਿਨ ਕੱਟਦੇ ਸਾਂ ਅਤੇ ਹੋਰਨਾਂ ਵਾਂਗੂ ਆਪਣੇ ਸੁਭਾਅ ਕਰਕੇ ਗਜਬ ਦੇ ਪੁੱਤਰ ਸਾਂ। ਪਰੰਤੂ ਪਰਮੇਸ਼ਵਰ ਨੇ ਜਿਹੜਾ ਦਇਆ ਦਾ ਧਨੀ ਹੈ, ਆਪਣੇ ਉਸ ਵੱਡੇ ਪ੍ਰੇਮ ਕਰਕੇ ਜਿਸ ਤੋਂ ਉਹਨੇ ਸਾਡੇ ਨਾਲ ਪ੍ਰੇਮ ਕੀਤਾ, ਜਦੋਂ ਅਸੀਂ ਅਪਰਾਧਾਂ ਦੇ ਕਾਰਨ ਮੁਰਦੇ ਹੀ ਸਾਂ, ਤਦੋਂ ਸਾਨੂੰ ਮਸੀਹ ਦੇ ਨਾਲ ਜਵਾਲਿਆ। ਕਿਰਪਾ ਤੋਂ ਹੀ ਤੁਸੀਂ ਬਚਾਏ ਗਏ ਹੋ ਅਤੇ ਉਹਨੇ ਸਾਨੂੰ ਉਸ ਦੇ ਨਾਲ ਉਠਾਇਆ ਔਰ ਸਾਨੂੰ ਮਸੀਹ ਯੀਸ਼ੂ ਵਿੱਚ ਸੁਰਗੀ ਥਾਵਾਂ ਉੱਤੇ ਉਸ ਦੇ ਨਾਲ ਬਹਾਲਿਆ। ਭਈ ਉਸ ਦਿਆਲਗੀ ਨਾਲ ਜੋ ਮਸੀਹ ਯੀਸ਼ੂ ਵਿੱਚ ਸਾਡੇ ਉੱਤੇ ਹੈ, ਉਹ ਆਉਣ ਵਾਲੀਆਂ ਯੁੱਗਾਂ ਵਿੱਚ ਆਪਣੀ ਕਿਰਪਾ ਦਾ ਬੇਹੱਦ ਧਨ ਉਜਾਗਰ ਕਰੇ, ਕਿਉਂ ਜੋ ਤੁਸੀਂ ਕਿਰਪਾ ਤੋਂ ਨਿਸ਼ਚਾ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੇ ਵੱਲੋਂ ਨਹੀਂ, ਇਹ ਪਰਮੇਸ਼ਵਰ ਦੀ ਬਖਸ਼ਿਸ਼ ਹੈ। ਅਫਸੀਆਂ 2 ਵਿੱਚ ਪਰਮੇਸ਼ਵਰ ਨੇ ਸੰਖੇਪ ਵਿੱਚ ਸਾਡੇ ਜੀਵਨ ਦਾ ਅਰਥ ਸਮਝਾਇਆ ਹੈ। ਜਦੋਂ ਅਸੀਂ ਸਵਰਗ ਵਿੱਚ ਕੀਤੇ ਗਏ ਆਪਣੇ ਅਪਰਾਧਾਂ ਦੇ ਕਰਕੇ ਮਰੇ ਹੋਏ ਸੀ, ਤਦ ਪਰਮੇਸ਼ਵਰ ਨੇ ਕਿਰਪਾ ਨਾਲ ਸਾਨੂੰ ਮਸੀਹ ਦੇ ਨਾਲ ਜਿਵਾਲਿਆ ਹੈ ਨਾ। ਇਹ ਬਿਨਾਂ ਕਾਰਨ ਦੇ ਨਹੀਂ ਹੈ ਕਿ ਅਸੀਂ ਇਸ ਦੁਨੀਆ ਵਿੱਚ ਪੈਦਾ ਹੋਏ ਸੀ। ਸਾਡੇ ਧਰਤੀ ਤੇ ਆਉਣ ਦਾ ਕਾਰਨ ਅਤੇ ਮਕਸਦ ਪੱਕੀ ਤਰ੍ਹਾਂ ਨਾਲ ਹੈ। ਜਦੋਂ ਅਸੀਂ ਬਾਹਰ ਜਾਂਦੇ ਹਾਂ ਅਤੇ ਇਹਨਾਂ ਸਾਰੇ ਉੱਤਰਾਂ ਨੂੰ ਉਹਨਾਂ ਲੋਕਾਂ ਦੇ ਨਾਲ ਸਾਂਝਾ ਕਰਦੇ ਹਾਂ ਜੋ ਧਰਤੀ ਤੇ ਆਪਣੀ ਮੌਜੂਦਗੀ ਦੇ ਮਕਸਦ ਤੋਂ ਬੇਖਬਰ ਹਨ, ਤਦ ਕਿ ਇਹ ਪ੍ਰਚਾਰ ਨਹੀਂ ਹੈ, ਤਦ ਫਿਰ ਸਾਡੇ ਧਰਤੀ ਦੇ ਆਉਣ ਦਾ ਮਕਸਦ ਕੀ ਹੈ? ਆਓ ਅਸੀਂ ਬਾਈਬਲ ਦੇ ਦੁਆਰਾ ਦੇਖੀਏ। ਆਓ ਅਸੀਂ ਉਤਪਤ ਅਧਿਆਇ 2 ਵਚਨ 7 ਤੇ ਜਾਈਏ। ਯਹੋਵਾ ਪਰਮੇਸ਼ਵਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ, ਸੋ ਆਦਮੀ ਜਿਉਂਦੀ ਜਾਨ ਹੋ ਗਿਆ। ਅਸੀਂ ਸਮਝ ਸਕਦੇ ਹਾਂ ਕਿ ਪਰਮੇਸ਼ਵਰ ਨੇ ਮਨੁੱਖਾਂ ਨੂੰ ਮਿੱਟੀ ਅਤੇ ਜੀਵਨ ਦੇ ਸਾਹ ਨਾਲ ਬਣਾਇਆ। ਮਿੱਟੀ ਸਾਡੇ ਸਰੀਰ ਨੂੰ ਦਰਸਾਉਂਦੀ ਹੈ। ਜੀਵਨ ਦਾ ਸਾਹ ਕਿਸ ਨੂੰ ਦਰਸਾਉਂਦਾ ਹੈ? ਉਹ ਸਾਡੀ ਆਤਮਾ ਨੂੰ ਦਰਸਾਉਂਦਾ ਹੈ ਜੋ ਪਰਮੇਸ਼ਵਰ ਨੇ ਸਾਡੇ ਅੰਦਰ ਫੂਕਿਆ। ਉਤਪਤ ਅਧਿਆਇ 2 ਦੇ ਦੁਆਰਾ ਅਸੀਂ ਸਮਝ ਸਕਦੇ ਹਾਂ ਕਿ ਮਨੁੱਖ ਸਰੀਰ ਅਤੇ ਆਤਮਾ ਨਾਲ ਬਣਿਆ ਹੈ। ਧਰਤੀ ਤੇ ਰਹਿੰਦੇ ਹੋਏ ਕੁਝ ਨੇ ਇਸ ਜੀਵਨ ਦੇ ਮਕਸਦ ਦੇ ਉੱਤਰ ਪਾਏ ਹਨ, ਜਦਕਿ ਹੋਰ ਕੋਈ ਵੀ ਉੱਤਰ ਨਾ ਪਾਉਂਦੇ ਹੋਏ ਵਿਅਰਥ ਜਿਉਂਦੇ ਹਨ। ਜੋ ਲੋਕ ਧਰਤੀ ਤੇ ਆਉਣ ਦੇ ਮਕਸਦ ਨੂੰ ਮਹਿਸੂਸ ਕਰਨ ਵਿੱਚ ਅਸਫਲ ਰਹਿੰਦੇ ਹਨ, ਉਹ ਵਿਅਰਥ ਵਿੱਚ ਆਪਣਾ ਜੀਵਨ ਬਿਤਾਉਣਗੇ ਅਤੇ ਬੇਸਹਾਰਾ ਹੋ ਕੇ ਨਰਕ ਦੀ ਅਨੰਤ ਸਜ਼ਾ ਵਿੱਚ ਪ੍ਰਵੇਸ਼ ਕਰਨਗੇ। ਇਸ ਦੇ ਉਲਟ ਜਿਨ੍ਹਾਂ ਲੋਕਾਂ ਨੂੰ ਉੱਤਰ ਮਿਲ ਗਿਆ ਹੈ, ਉਹ ਸਹੀ ਢੰਗ ਨਾਲ ਪਰਮੇਸ਼ਵਰ ਦਾ ਡਰ ਮੰਨ ਸਕਦੇ ਹਨ ਅਤੇ ਸਵਰਗ ਦੇ ਰਾਜ ਦੀ ਅਨੰਤ ਵਡਿਆਈ ਵਿੱਚ ਮੁੜ ਸਕਦੇ ਹਨ। ਉਪਦੇਸ਼ਕ ਅਧਿਆਇ 12 ਆਇਤ 7 ਵਿੱਚ ਇਹ ਲਿਖਿਆ ਹੈ, ਅਤੇ ਖਾਕ ਮਤਲਬ ਸਰੀਰ ਮਿੱਟੀ ਨਾਲ ਪਹਿਲਾਂ ਵਾਂਗੂ ਜਾ ਰਲੇ ਅਤੇ ਆਤਮਾ ਪਰਮੇਸ਼ਵਰ ਦੇ ਕੋਲ ਮੁੜ ਜਾਵੇ ਜਿਸ ਨੇ ਉਸ ਨੂੰ ਬਖਸ਼ਿਆ ਸੀ। ਪਰਮੇਸ਼ਵਰ ਨੇ ਮਨੁੱਖ ਨੂੰ ਸਰੀਰ ਅਤੇ ਆਤਮਾ ਨਾਲ ਬਣਾਇਆ ਹੈ। ਜੇਕਰ ਇੱਕ ਮਨੁੱਖ ਮਰ ਜਾਂਦਾ ਹੈ, ਤਦ
ਹਰੇਕ ਤੱਤ ਉਸ ਥਾਂ ਵਿੱਚ ਮੁੜਦਾ ਹੈ ਜਿੱਥੋਂ ਉਹ ਆਇਆ ਸੀ। ਸਰੀਰ ਜ਼ਮੀਨ ਵਿੱਚ ਮੁੜ ਜਾਂਦਾ ਹੈ ਅਤੇ ਆਤਮਾ ਪਰਮੇਸ਼ਵਰ ਦੇ ਕੋਲ ਮੁੜ ਜਾਂਦੀ ਹੈ। ਆਤਮਾ ਪਰਮੇਸ਼ਵਰ ਕੋਲ ਮੁੜ ਜਾਂਦੀ ਹੈ ਕਿਉਂਕਿ ਆਤਮਾ ਪਰਮੇਸ਼ਵਰ ਦੇ ਕੋਲੋਂ ਆਈ ਹੈ ਨਾ? ਫਿਰ ਕਿ ਇਸ ਧਰਤੀ ਤੇ ਆਉਣ ਤੋਂ ਪਹਿਲਾਂ ਸਾਡੀ ਆਤਮਾਵਾਂ ਸੱਚਮੁੱਚ ਸਵਰਗ ਵਿੱਚ ਰਹਿੰਦੀਆਂ ਸੀ। ਆਓ ਅਸੀਂ ਕਹੋਤਾ ਅਧਿਆਇ 8 ਵਚਨ 22 ਵਿੱਚ ਇਸ ਦੀ ਪੁਸ਼ਟੀ ਕਰੀਏ। ਯਹੋਵਾ ਨੇ ਆਪਣੇ ਕੰਮ ਕਰਨ ਦੇ ਆਰੰਭ ਵਿੱਚ ਸਗੋਂ ਆਪਣੇ ਪ੍ਰਾਚੀਨ ਕਾਲ ਦੇ ਕੰਮਾਂ ਤੋਂ ਵੀ ਪਹਿਲਾਂ ਮੈਨੂੰ ਰਚਿਆ। ਆਦ ਤੋਂ ਸਗੋਂ ਮੁੱਢੋਂ ਹੀ ਮੈਂ ਥਾਪੀ ਗਈ, ਧਰਤੀ ਦੇ ਹੋਣ ਤੋਂ ਪਹਿਲਾਂ। ਕੀ ਇਹ ਸੁਲੇਮਾਨ ਨਹੀਂ ਸੀ ਜਿਸਨੇ ਕਹੋਤਾ ਦੀ ਪੁਸਤਕ ਲਿਖੀ ਸੀ, ਜਿਸ ਵਿੱਚ ਕਿਹਾ ਗਿਆ ਹੈ ਕਿ ਮੈਂ ਸਦਾ ਹੀ ਤੋਂ ਪੈਦਾ ਹੋਇਆ ਹਾਂ? ਇਸ ਦੇ ਦੁਆਰਾ ਅਸੀਂ ਸਮਝ ਸਕਦੇ ਹਾਂ ਕਿ ਧਰਤੀ ਦੀ ਸ੍ਰਿਸ਼ਟੀ ਤੋਂ ਪਹਿਲਾਂ ਸੁਲੇਮਾਨ ਦੀ ਮੌਜੂਦਗੀ ਸੀ। ਦੂਸਰੇ ਸ਼ਬਦਾਂ ਵਿੱਚ ਸੁਲੇਮਾਨ ਉੱਥੇ ਸੀ ਜਦੋਂ ਧਰਤੀ ਬਣਾਈ ਜਾ ਰਹੀ ਸੀ। ਕੀ ਸੁਲੇਮਾਨ ਦੀ ਮੌਜੂਦਗੀ ਧਰਤੀ ਦੀ ਸ੍ਰਿਸ਼ਟੀ ਕਰਨ ਤੋਂ ਪਹਿਲਾਂ ਸੰਸਾਰਿਕ ਸਰੀਰ ਵਿੱਚ ਸੀ? ਪੱਕੀ ਤਰ੍ਹਾਂ ਨਾਲ ਨਹੀਂ ਸੀ। ਕੀ ਉਹ ਆਤਮਿਕ ਜੀਵ ਨਹੀਂ ਸੀ ਜੋ ਚੌਥੀ ਜਾਂ ਪੰਜਵੀਂ ਮਾਪ ਦੀ ਦੁਨੀਆ ਵਿੱਚ ਸਵਰਗ ਵਿੱਚ ਪਰਮੇਸ਼ਵਰ ਦੇ ਨਾਲ ਰਹਿੰਦਾ ਸੀ? ਵਚਨ 24 ਜਿਸ ਵੇਲੇ ਡੂੰਘਾਈਆਂ ਨਹੀਂ ਸਨ ਤਦੀ ਤੋਂ ਕੀ ਹੋਇਆ ਸੀ? ਮੈਂ ਪੈਦਾ ਹੋਈ ਜਦ ਵਗਦੇ ਸੋਤੇ ਨਹੀਂ ਸਨ। ਪਹਾੜਾਂ ਦੇ ਰੱਖਣ ਤੋਂ ਪਹਿਲਾਂ ਅਤੇ ਪਹਾੜੀਆਂ ਤੋਂ ਪਹਿਲਾਂ ਮੈਂ ਪੈਦਾ ਹੋਈ, ਜਦੋਂ ਉਹਨੇ ਨਾ ਧਰਤੀ, ਨਾ ਮੈਦਾਨ, ਨਾ ਜਗਤ ਦੀ ਪਹਿਲੀ ਧੂੜੀ ਬਣਾਈ ਸੀ। ਜਦੋਂ ਉਹਨੇ ਆਕਾਸ਼ ਕਾਇਮ ਕੀਤੇ ਮੈਂ ਉੱਥੇ ਸਾਂ, ਜਦ ਡੂੰਘਾਈ ਉੱਤੇ ਮੰਡਲ ਠਹਿਰਾਇਆ। ਸੁਲੇਮਾਨ ਨੇ ਪਰਮੇਸ਼ਵਰ ਨੂੰ ਧਰਤੀ ਬਣਾਉਂਦੇ ਹੋਏ ਦੇਖਿਆ। ਇਸ ਤੋਂ ਅਸੀਂ ਇਹ ਸਮਝ ਸਕਦੇ ਹਾਂ ਕਿ ਸੁਲੇਮਾਨ ਆਤਮਿਕ ਰੂਪ ਨਾਲ ਮੌਜੂਦਗੀ ਵਿੱਚ ਹੋਵੇਗਾ, ਨਾ ਕਿ ਇੱਕ ਮਨੁੱਖ ਦੇ ਰੂਪ ਵਿੱਚ, ਹੈ ਨਾ? ਆਓ ਅਸੀਂ ਵਚਨ 30 ਤੇ ਜਾਈਏ। ਤਦ ਮੈਂ ਰਾਜ ਮਿਸਤਰੀ ਦੇ ਸਮਾਨ ਉਹਦੇ ਨਾਲ ਹੈ ਸਾਂ। ਮੈਂ ਨਿੱਤ ਉਹਨੂੰ ਰਿਝਾਉਂਦੀ ਤੇ ਸਦਾ ਉਹਦੇ ਅੱਗੇ ਖੇਡਦੀ ਰਹਿੰਦੀ। ਕਹੋਤਾ ਅਧਿਆਇ 8 ਵਿੱਚ ਇਸ ਤਰ੍ਹਾਂ ਦੱਸਿਆ ਗਿਆ ਹੈ। ਸਿਰਫ ਸੁਲੇਮਾਨ ਹੀ ਨਹੀਂ ਬਲਕਿ ਸਾਰੇ ਮਨੁੱਖ ਸਵਰਗੀ ਸਵਰਗਦੂਤ ਸੀ ਜੋ ਪਰਮੇਸ਼ਵਰ ਨੂੰ ਰਿਝਾਉਂਦੇ ਸੀ ਅਤੇ ਹਰ ਰੋਜ਼ ਉਹਨਾਂ ਦੇ ਸਾਹਮਣੇ ਵਡਿਆਈ ਵਿੱਚ ਰਹਿੰਦੇ ਸੀ। ਆਓ ਅਸੀਂ ਇਹੀ ਸਾਖੀ ਦੂਸਰੇ ਨਬੀ ਦੇ ਦੁਆਰਾ ਦੇਖੀਏ। ਆਓ ਅਸੀਂ ਅਯੂਬ ਅਧਿਆਇ 38 ਵਚਨ 1 ਤੇ ਜਾਈਏ। ਤਾਂ ਯਹੋਵਾ ਨੇ ਅਯੂਬ ਨੂੰ ਵਾਵਰੋਲੇ ਵਿੱਚੋਂ ਦੀ ਉੱਤਰ ਦਿੱਤਾ ਤੇ ਆਖਿਆ, ਇਹ ਕੌਣ ਹੈ ਜਿਹੜਾ ਸਲਾਹ ਨੂੰ ਗਿਆਨਹੀਨ ਗੱਲਾਂ ਨਾਲ ਹਨੇਰੇ ਵਿੱਚ ਰੱਖਦਾ ਹੈ? ਮਰਦ ਵਾਂਗੂ ਜਰਾ ਆਪਣੀ ਕਮਰ ਕੱਸ। ਮੈਂ ਤੇਥੋਂ ਸਵਾਲ ਕਰਦਾ ਹਾਂ ਅਤੇ ਤੂੰ ਮੈਨੂੰ ਸਮਝਾ। ਤੂੰ ਕਿੱਥੇ ਸੈਂ ਜਦ ਮੈਂ ਧਰਤੀ ਦੀ ਨਿਊ ਰੱਖੀ? ਦੱਸ ਜੇ ਤੂੰ ਸਮਝ ਰੱਖਦਾ ਹੈ। ਇੱਥੇ ਮੈਂ ਯਹੋਵਾ ਪਰਮੇਸ਼ਵਰ ਨੂੰ ਦਰਸਾਉਂਦਾ ਹੈ। ਫਿਰ ਤੂੰ ਕਿਸ ਨੂੰ ਦਰਸਾਉਂਦਾ ਹੈ? ਤੂੰ ਅਯੂਬ ਨੂੰ ਦਰਸਾਉਂਦਾ ਹੈ। ਪਰਮੇਸ਼ਵਰ ਨੇ ਕਿਹਾ, ਹੇ ਅਯੂਬ, ਜਦ ਮੈਂ ਧਰਤੀ ਦੀ ਨਿਊ ਰੱਖੀ, ਦੱਸ ਜੇ ਤੂੰ ਸਮਝ ਰੱਖਦਾ ਹੈ। ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ਵਰ ਸੱਚਾਈ ਦੇ ਲਈ ਅਯੂਬ ਨੂੰ ਕਿਵੇਂ ਜਗਾਉਂਦੇ ਹੈ। ਆਓ ਅਸੀਂ ਵਚਨ 21 ਤੇ ਜਾਈਏ। ਤੂੰ ਜਾਣਦਾ ਹੈ, ਤੂੰ ਉਸ ਵੇਲੇ ਜੰਮਿਆ ਹੋਇਆ ਜੋ ਸੈਂ ਅਤੇ ਤੇਰੇ ਦਿਨਾਂ ਦੀ ਗਿਣਤੀ ਬਹੁਤ ਹੀ ਹੈ। ਇਸ ਤੋਂ ਪਹਿਲਾਂ ਕਿ ਪਰਮੇਸ਼ਵਰ ਨੇ ਧਰਤੀ ਦੀ ਨੀਂਹ ਰੱਖੀ, ਅਯੂਬ ਪਹਿਲਾਂ ਤੋਂ ਹੀ ਪੈਦਾ ਹੋ ਚੁੱਕਾ ਸੀ। ਉਸ ਦੇ ਦਿਨਾਂ ਦੀ ਗਿਣਤੀ ਕਿੰਨੀ ਹੈ ਅਤੇ ਤੇਰੇ ਦਿਨਾਂ ਦੀ ਗਿਣਤੀ ਬਹੁਤ ਹੀ ਹੈ। ਇਸ ਦਾ ਮਤਲਬ ਹੈ ਕਿ ਉਹ ਲੰਬੇ ਸਮੇਂ ਪਹਿਲਾਂ ਪੈਦਾ ਹੋ ਚੁੱਕਾ ਸੀ। ਇਸ ਧਰਤੀ ਦੇ ਬਣਨ ਤੋਂ ਪਹਿਲਾਂ ਹੀ ਅਸੀਂ ਸਾਰੇ ਪਰਮੇਸ਼ਵਰ ਦੇ ਕੋਲ ਸਵਰਗ ਵਿੱਚ ਸੀ। ਇਸ ਨੂੰ ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਅਸੀਂ ਸਾਰੇ ਸਵਰਗਦੂਤਾਂ ਦੀ ਦੁਨੀਆ ਤੋਂ ਸਵਰਗਦੂਤ ਹਾਂ। ਕਿਸ ਕਰਕੇ ਇਹਨਾਂ ਸਵਰਗਦੂਤਾਂ ਨੇ ਸਰੀਰ ਪਾਇਆ ਅਤੇ ਹੁਣ ਇਸ ਧਰਤੀ ਤੇ ਜੀ ਰਹੇ ਹਨ। ਪੱਕਾ ਹੀ ਸਾਡੇ ਜੀਵਨ ਦਾ ਇੱਕ ਅਰਥ ਅਤੇ ਮਕਸਦ ਹੈ। ਸਾਨੂੰ ਇਹ ਸਪਸ਼ਟ ਰੂਪ ਨਾਲ ਸਮਝਣਾ ਚਾਹੀਦਾ ਹੈ ਕਿ ਪਰਮੇਸ਼ਵਰ ਨੇ ਸਾਨੂੰ ਧਰਤੀ ਤੇ ਕਿਸ ਕਰਕੇ ਭੇਜਿਆ ਹੈ। ਸਿਰਫ ਅਯੂਬ ਅਤੇ ਸੁਲੇਮਾਨ ਹੀ ਨਹੀਂ, ਪਰ ਅਸੀਂ ਸਾਰੇ ਸਵਰਗਦੂਤ ਸੀ ਜੋ ਸਵਰਗ ਵਿੱਚ ਪਰਮੇਸ਼ਵਰ ਦੇ ਨਾਲ ਰਹਿੰਦੇ ਸੀ। ਹੁਣ ਆਓ ਅਸੀਂ ਇਸ ਧਰਤੀ ਤੇ ਆਉਣ ਦਾ ਕਾਰਨ ਲੱਭੀਏ। ਧਰਮਾਂ ਦੇ ਸੰਸਥਾਪਕਾਂ ਵਿੱਚੋਂ ਕੋਈ ਵੀ ਇਸ ਪ੍ਰਸ਼ਨ ਦਾ ਉੱਤਰ ਦੇਣ ਵਿੱਚ ਕਾਬਿਲ ਨਹੀਂ ਸੀ
ਉਹਨਾਂ ਦੀਆਂ ਸਿੱਖਿਆਵਾਂ ਇਸ ਜੀਵਨ ਦੇ ਮਾਮਲਿਆਂ ਦੀ ਵਿਆਖਿਆ ਕਰਦੀ ਹੈ। ਧਰਤੀ ਤੇ ਰਹਿੰਦੇ ਹੋਏ ਇੱਕ ਚੰਗੇ ਇਨਸਾਨ ਬਣੋ। ਇਸ ਜੀਵਨ ਵਿੱਚ ਚੰਗਾ ਕਰਨਾ ਇੱਕ ਗੁਣ ਹੈ। ਸਾਨੂੰ ਇਸ ਪ੍ਰਕਾਰ ਦੀ ਸਿੱਖਿਆਵਾਂ ਦਾ ਅੱਖਾਂ ਬੰਦ ਕਰਕੇ ਪਾਲਣ ਨਹੀਂ ਕਰਨਾ ਚਾਹੀਦਾ, ਬਲਕਿ ਇਹ ਸਮਝਣਾ ਚਾਹੀਦਾ ਹੈ ਕਿ ਸਾਨੂੰ ਚੰਗਾ ਜੀਵਨ ਜਿਉਣ ਦੀ, ਰੱਬੀ ਜੀਵਨ ਜਿਉਣ ਦੀ ਜ਼ਰੂਰਤ ਕਿਉਂ ਹੈ ਅਤੇ ਸਾਨੂੰ ਇਸ ਧਰਤੀ ਤੇ ਰਹਿੰਦੇ ਹੋਏ ਪਰਮੇਸ਼ਵਰ ਦੀ ਆਰਾਧਨਾ ਕਰਨ ਦੀ ਜ਼ਰੂਰਤ ਕਿਉਂ ਹੈ। ਕਿ ਸਾਨੂੰ ਇਸ ਕਾਰਨ ਨੂੰ ਨਹੀਂ ਸਮਝਣਾ ਚਾਹੀਦਾ ਕਿ ਸਾਨੂੰ ਪਰਮੇਸ਼ਵਰ ਦੀ ਆਰਾਧਨਾ ਕਰਨ ਦੀ ਜ਼ਰੂਰਤ ਕਿਉਂ ਹੈ। ਫਿਰ ਸਾਨੂੰ ਇਸ ਧਰਤੀ ਤੇ ਕਿਉਂ ਆਉਣਾ ਪਿਆ। ਬਹੁਤ ਸਾਰੇ ਲੇਖਾਂ ਵਿੱਚੋਂ ਜੋ ਸਿਖਾਉਂਦੇ ਹਨ ਕਿ ਅਸੀਂ ਇਸ ਧਰਤੀ ਤੇ ਕਿਉਂ ਆਏ, ਆਓ ਅਸੀਂ ਸਵਰਗ ਵਿੱਚ ਪਹਿਲੇ ਪਾਪੀ ਦੀ ਮਾਨਸਿਕਤਾ ਨੂੰ ਦੇਖਦੇ ਹੋਏ ਇਹ ਸਮਝੀਏ ਕਿ ਇਹ ਸਭ ਕਿਵੇਂ ਸ਼ੁਰੂ ਹੋਇਆ। ਯਸ਼ਾਇਆ ਅਧਿਆਇ 14 ਵਚਨ 12, ਅਧਿਆਇ 14 ਵਚਨ 12। ਤੂੰ ਆਕਾਸ਼ ਤੋਂ ਕਿਵੇਂ ਡਿੱਗ ਪਿਆ, ਹੇ ਦਿਨ ਦੇ ਤਾਰੇ, ਫਜ਼ਰ ਦੇ ਪੁੱਤਰ, ਤੂੰ ਕਿਵੇਂ ਧਰਤੀ ਤੀਕ ਵੱਢਿਆ ਗਿਆ। ਹੇ ਕੌਮਾਂ ਦੇ ਢਾਉਣ ਵਾਲੇ, ਤੇ ਆਪਣੇ ਦਿਲ ਵਿੱਚ ਆਖਿਆ, ਭਈ ਮੈਂ ਆਕਾਸ਼ ਉੱਤੇ ਚੜ ਜਾਵਾਂਗਾ, ਪਰਮੇਸ਼ਵਰ ਦੇ ਤਾਰਿਆਂ ਤੋਂ ਉਤਾਹਾਂ ਮੈਂ ਆਪਣਾ ਸਿੰਘਾਸਨ ਉੱਚਾ ਧਾਰਾਂਗਾ ਅਤੇ ਮੈਂ ਮੰਡਲੀ ਦੇ ਪਰਬਤ ਉੱਤੇ ਉੱਤਰ ਦੀਆਂ ਹੱਦਾਂ ਵਿੱਚ ਬੈਠਾਂਗਾ। ਮੈਂ ਬੱਦਲਾਂ ਦੀਆਂ ਉਚਾਈਆਂ ਤੇ ਚੜ ਜਾਵਾਂਗਾ, ਮੈਂ ਆਪ ਨੂੰ ਅਤ ਮਹਾਨ ਜਿਹਾ ਬਣਾਵਾਂਗਾ, ਪਰ ਤੂੰ ਪਤਾਲ ਤੀਕ ਸਗੋਂ ਟੋਏ ਦੀ ਡੂੰਘਾਈ ਤੀਕ ਹੇਠਾਂ ਲਾਇਆ ਜਾਵੇਗਾ। ਬਾਈਬਲ ਦੇ ਦੁਆਰਾ ਪਰਮੇਸ਼ਵਰ ਸਾਨੂੰ ਆਤਮਿਕ ਦੁਨੀਆ ਵਿੱਚ ਪਾਪੀ ਦੇ ਮਾਨਸਿਕ ਹਾਲਾਤ ਦਿਖਾਉਂਦੇ ਹਨ। ਇਹ ਕਹਿੰਦਾ ਹੈ, ਮੈਂ ਬੱਦਲਾਂ ਦੀਆਂ ਉਚਾਈਆਂ ਤੇ ਚੜ ਜਾਵਾਂਗਾ, ਮੈਂ ਆਪ ਨੂੰ ਅਤ ਮਹਾਨ ਜਿਹਾ ਬਣਾਵਾਂਗਾ। ਪਰਮੇਸ਼ਵਰ ਦੀ ਲਾਲਸਾ ਵਾਲੇ ਸਿੰਘਾਸਨ ਨੂੰ ਖੋਣ ਦੀ ਇਹ ਇੱਕ ਵੱਡੀ ਬਗਾਵਤ ਸੀ। ਆਓ ਅਸੀਂ ਹਿਜਕੇਲ ਅਧਿਆਇ 28 ਨੂੰ ਵੀ ਦੇਖੀਏ। ਅਧਿਆਇ 28 ਵਚਨ 12। ਹੇ ਆਦਮੀ ਦੇ ਪੁੱਤਰ, ਸੂਰ ਦੇ ਪਾਤਸ਼ਾਹ ਦੇ ਵੈਨ ਚੁੱਕ ਅਤੇ ਤੂੰ ਉਹਨੂੰ ਆਖ, ਪ੍ਰਭੂ ਯਹੋਵਾ ਇਉਂ ਫਰਮਾਉਂਦਾ ਹੈ, ਤੂੰ ਉੱਤਮਤਾਈ ਦਾ ਮੋਹਰ ਹੈ, ਬੁੱਧੀ ਨਾਲ ਭਰਪੂਰ ਤੇ ਸੁੰਦਰਤਾ ਵਿੱਚ ਸੰਪੂਰਨ ਹੈ। ਭਾਵੇਂ ਧਰਤੀ ਤੇ ਉਹ ਸੂਰ ਦਾ ਰਾਜਾ ਸੀ। ਅਗਲੇ ਵਚਨ ਦੇ ਦੁਆਰਾ ਅਸੀਂ ਆਤਮਿਕ ਦੁਨੀਆ ਵਿੱਚ ਉਸ ਦੇ ਅਹੁਦੇ ਦੇ ਬਾਰੇ ਸਮਝ ਸਕਦੇ ਹਾਂ। ਪ੍ਰਭੂ ਯਹੋਵਾ ਇਉਂ ਫਰਮਾਉਂਦਾ ਹੈ, ਤੂੰ ਉੱਤਮਤਾਈ ਦਾ ਮੋਹਰ ਹੈ, ਬੁੱਧੀ ਨਾਲ ਭਰਪੂਰ ਤੇ ਸੁੰਦਰਤਾ ਵਿੱਚ ਸੰਪੂਰਨ ਹੈ। ਤੂੰ ਅਦਨ ਵਿੱਚ ਪਰਮੇਸ਼ਵਰ ਦੇ ਬਾਗ ਵਿੱਚ ਹੈ। ਹਰੇਕ ਵਡਮੁੱਲਾ ਪੱਥਰ ਤੇਰੇ ਢੱਕਣ ਲਈ ਸੀ, ਜਿਵੇਂ ਲਾਲ ਅਰੀਕ, ਸੁਨਹਿਲਾ ਅਤੇ ਦੁਧੀਆ ਬਿਲੌਰ, ਬੈਰੂਜ, ਸੁਲੇਮਾਨੀ ਅਤੇ ਯਸ਼ਬ, ਨੀਲਮ, ਪੰਨਾ ਅਤੇ ਤੇਰੇ ਤਮੂਰੇ ਅਤੇ ਤੇਰੀਆਂ ਬੰਸਰੀਆਂ ਦੀ ਕਾਰੀਗਰੀ ਤੇਰੇ ਵਿੱਚ ਸੀ। ਤੇਰੇ ਉਤਪਤ ਦੇ ਦਿਹਾੜੇ ਤੇ ਉਹ ਤਿਆਰ ਕੀਤੀਆਂ ਗਈਆਂ। ਤੂੰ ਮਸਾ ਕੀਤਾ ਹੋਇਆ ਕਰੂਬੀਸ ਹੈ ਜਿਹੜਾ ਢੱਕਦਾ ਸੀ, ਅਤੇ ਮੈਂ ਤੈਨੂੰ ਪਰਮੇਸ਼ਵਰ ਦੇ ਪਵਿੱਤਰ ਅਸਥਾਨ ਪਰਵਤ ਉੱਤੇ ਰੱਖਿਆ। ਤੂੰ ਉੱਥੇ ਅੱਗ ਵਾਲੇ ਪੱਥਰਾਂ ਦੇ ਵਿੱਚ ਤੁਰਦਾ ਫਿਰਦਾ ਸੀ। ਤੂੰ ਆਪਣੇ ਜੰਮਣ ਦੇ ਦਿਹਾੜੇ ਤੋਂ ਆਪਣੇ ਮਾਰਗਾਂ ਵਿੱਚ ਪੂਰਾ ਸੈਂ, ਇੱਥੋਂ ਤੀਕਰ ਕਿ ਤੇਰੇ ਵਿੱਚ ਬੇਇਨਸਾਫੀ ਪਾਈ ਗਈ। ਤੇਰੇ ਵਪਾਰ ਦੇ ਵਾਅਦੇ ਦੇ ਕਾਰਨ ਉਹਨਾਂ ਤੇਰੇ ਵਿੱਚ ਜ਼ੁਲਮ ਭਰ ਦਿੱਤਾ ਅਤੇ ਤੈਂ ਪਾਪ ਕੀਤਾ। ਇਸ ਲਈ ਮੈਂ ਤੈਨੂੰ ਪਰਮੇਸ਼ਵਰ ਦੇ ਪਰਵਤ ਉੱਤੋਂ ਨਾਪਾਕੀ ਵਾਂਗਰ ਸੁੱਟ ਦਿੱਤਾ ਅਤੇ ਤੈਨੂੰ ਢੱਕਣ ਵਾਲੇ ਕਰੂਬੀ ਅੱਗ ਵਾਲੇ ਪਰਬਾਂ ਦੇ ਵਿਚਕਾਰ ਨਾਸ ਕਰ ਦਿੱਤਾ। ਹਿਜਕੇਲ ਅਧਿਆਇ 28 ਅਤੇ ਯਸ਼ਾਇਆ ਅਧਿਆਇ 14 ਦੇ ਦੁਆਰਾ ਪਰਮੇਸ਼ਵਰ ਦਿਖਾ ਰਹੇ ਹਨ ਕਿ ਅਸੀਂ ਸਵਰਗ ਵਿੱਚ ਕਿਸ ਤਰ੍ਹਾਂ ਦੇ ਪਾਪ ਕੀਤੇ ਹਨ। ਭਾਵੇਂ ਹੀ ਅਸੀਂ ਸਵਰਗਦੂਤ ਸੀ, ਪਰ ਅਸੀਂ ਪਰਮੇਸ਼ਵਰ ਦੇ ਖਿਲਾਫ ਇੱਕ ਮਹਾਨ ਬਗਾਵਤ ਵਿੱਚ ਸ਼ਾਮਿਲ ਸੀ ਅਤੇ ਇਸ ਧਰਤੀ ਸ਼ਰਨਗਰ ਵਿੱਚ ਸੁੱਟ ਦਿੱਤੇ ਗਏ। ਇਹ ਸਾਡੇ ਵਰਤਮਾਨ ਹਾਲਾਤ ਹਨ। ਕੁਝ ਲੋਕ ਕਹਿੰਦੇ ਹਨ, ਮੈਂ ਜ਼ਿੰਦਗੀ ਪਰ ਕਦੀ ਕੁਝ ਗਲਤ ਨਹੀਂ ਕੀਤਾ ਹੈ, ਤਦ ਮੈਨੂੰ ਪਾਪੀ ਕਿਉਂ ਕਿਹਾ ਜਾਂਦਾ ਹੈ। ਇਹ ਗੱਲ ਕਿ ਅਸੀਂ ਇਸ ਧਰਤੀ ਤੇ ਆਏ ਹਾਂ ਸਾਬਿਤ ਕਰਦੀ ਹੈ ਕਿ ਅਸੀਂ ਪਾਪੀ ਹਾਂ। ਜੇਕਰ ਅਸੀਂ ਕੋਈ ਪਾਪ ਨਹੀਂ ਕੀਤਾ ਤਾਂ ਸਾਨੂੰ ਇਸ ਧਰਤੀ ਤੇ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਕਰਕੇ ਯੀਸ਼ੂ ਨੇ ਕਿਹਾ ਕਿ ਮੈਂ ਗੁਆਚੇ ਹੋਇਆਂ ਨੂੰ ਭਾਲਣ ਆਇਆ ਹਾਂ, ਮੈਂ ਪਾਪੀਆਂ ਨੂੰ ਬੁਲਾਉਣ ਆਇਆ ਹਾਂ। ਇਹਨਾਂ ਵਚਨਾਂ ਦੇ ਦੁਆਰਾ ਅਸੀਂ ਸਮਝ ਸਕਦੇ ਹਾਂ ਕਿ ਅਸੀਂ ਪਾਪੀ ਸੀ, ਜਿਨ੍ਹਾਂ ਨੂੰ ਸਵਰਗ ਵਿੱਚ ਪਾਪ ਕਰਨ ਦੇ ਬਾਅਦ ਧਰਤੀ ਤੇ ਸੁੱਟ ਦਿੱਤਾ ਗਿਆ। ਪਾਪੀਆਂ ਦੇ ਰੂਪ ਵਿੱਚ ਸਾਨੂੰ ਇਸ ਧਰਤੀ ਤੇ ਤੋਬਾ ਦਾ ਜੀਵਨ ਜਿਉਣਾ ਚਾਹੀਦਾ ਹੈ। ਸਾਨੂੰ ਇਹ ਅਹਿਸਾਸ ਦਿਲਾਉਣ ਦੇ ਲਈ ਸਵਰਗੀ ਪਿਤਾ ਤੇ ਮਾਤਾ ਜੀ ਧਰਤੀ ਤੇ ਆਏ ਹਨ। ਉਹਨਾਂ ਨੇ ਨਵੇਂ ਨੇਮ ਦੇ ਸੱਚ ਦਾ ਰਾਹ ਖੋਲ੍ਹ ਦਿੱਤਾ ਅਤੇ ਅੱਜ ਦੇ ਦਿਨ ਤੱਕ ਵੀ ਸਾਡੀ ਅਗਵਾਈ ਕਰ ਰਹੇ ਹਨ, ਤਾਂ ਜੋ ਸਾਡੇ ਪਾਪਾਂ ਦੀ ਮਾਫੀ ਦਿੱਤੀ ਜਾ ਸਕੇ। ਜਿੱਥੇ ਕਿਤੇ ਵੀ ਉਹ ਸਾਡੀ ਅਗਵਾਈ ਕਰਨ, ਆਓ ਅਸੀਂ ਪਿਤਾ ਅਤੇ ਮਾਤਾ ਜੀ ਦਾ ਇਮਾਨਦਾਰੀ ਨਾਲ ਪਾਲਨ ਕਰੀਏ ਅਤੇ ਸਦੀਪਕ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰੀਏ। ਆਓ ਅਸੀਂ ਮੱਤੀ ਅਧਿਆਇ 9 ਤੇ ਜਾਈਏ। ਅਧਿਆਇ 9 ਵਚਨ 13।
ਪਰ ਤੁਸੀਂ ਜਾ ਕੇ ਇਹਦਾ ਅਰਥ ਸਿੱਖੋ ਕਿ ਮੈਂ ਬਲੀਦਾਨ ਨੂੰ ਨਹੀਂ ਪਰ ਦਇਆ ਨੂੰ ਚਾਹੁੰਦਾ ਹਾਂ, ਕਿਉਂ ਜੋ ਮੈਂ ਧਰਮੀਆਂ ਨੂੰ ਨਹੀਂ। ਯੀਸ਼ੂ ਇਸ ਧਰਤੀ ਤੇ ਧਰਮੀਆਂ ਨੂੰ ਬੁਲਾਉਣ ਦੇ ਲਈ ਨਹੀਂ ਆਏ ਸੀ। ਉਹ ਕਿਸ ਨੂੰ ਬੁਲਾਉਣ ਆਏ ਸੀ? ਪਾਪੀਆਂ ਨੂੰ ਬੁਲਾਉਣ। ਕਿ ਕਿਸੇ ਨੂੰ ਬੁਲਾਉਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਸੇ ਨੂੰ ਲੱਭ ਰਹੇ ਹੋ। ਉਹ ਧਰਤੀ ਤੇ ਪਾਪੀਆਂ ਨੂੰ ਭਾਲਣ ਆਏ ਸੀ। ਲੂਕਾ ਅਧਿਆਇ 19 ਵਿੱਚ ਵੀ ਇਹੀ ਸਿੱਖਿਆ ਦਿੱਤੀ ਗਈ ਸੀ। ਯੀਸ਼ੂ ਨੇ ਕਿਹਾ, ਮੈਂ ਗੁਆਚੇ ਹੋਏ ਨੂੰ ਭਾਲਣ ਅਤੇ ਬਚਾਉਣ ਲਈ ਆਇਆ ਹੈ। ਇੱਥੇ ਦਰਜ ਗੁਆਚੇ ਹੋਏ ਅਤੇ ਮਤੀ ਅਧਿਆਇ 9 ਵਿੱਚ ਦਰਜ ਪਾਪੀ ਉਹ ਲੋਕ ਹਨ ਜੋ ਇੱਕ ਹੀ ਹਾਲਾਤ ਵਿੱਚ ਹਨ। ਆਤਮਿਕ ਅਪਰਾਧ ਜੋ ਸਵੇਰ ਦੇ ਤਾਰੇ ਅਤੇ ਹਿਜਕੀਲ ਅਧਿਆਇ 28 ਵਿੱਚ ਸੋਰ ਦੇ ਰਾਜੇ ਨੇ ਕੀਤੇ, ਉਹੀ ਆਤਮਿਕ ਅਪਰਾਧ ਹਨ ਜੋ ਅਸੀਂ ਸਵਰਗ ਵਿੱਚ ਕੀਤੇ ਸੀ। ਅਸੀਂ ਸਵਰਗਦੂਤ ਹਾਂ ਜਿਨ੍ਹਾਂ ਨੂੰ ਆਪਣੇ ਗੰਭੀਰ ਪਾਪਾਂ ਦੇ ਕਰਕੇ ਸਵਰਗ ਤੋਂ ਹੇਠਾਂ ਸੁੱਟਿਆ ਗਿਆ ਸੀ। ਆਓ ਅਸੀਂ ਪਹਿਲਾ ਯਹੂਨਾ ਅਧਿਆਇ 1 ਵਚਨ 8 ਦੇਖੀਏ। ਜੇ ਆਖੀਏ ਭਾਈ ਅਸੀਂ ਪਾਪੀ ਨਹੀਂ ਹਾਂ ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸੱਚਾਈ ਸਾਡੇ ਵਿੱਚ ਹੈ ਨਹੀਂ। ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ ਕਰੇ ਅਤੇ ਸਾਨੂੰ ਸਾਰੇ ਕੁਕਰਮ ਤੋਂ ਸ਼ੁੱਧ ਕਰੇ। ਜੇ ਆਖੀਏ ਭਈ ਐਸਾ ਪਾਪ ਨਹੀਂ ਕੀਤਾ ਹੈ ਤਾਂ ਉਹਨੂੰ ਝੂਠਾ ਬਣਾਉਂਦੇ ਹਾਂ ਅਤੇ ਉਹਦਾ ਬਚਨ ਸਾਡੇ ਵਿੱਚ ਨਹੀਂ ਹੈ। ਇਹ ਸ਼ਬਦ ਇਸ ਗੱਲ ਦੀ ਸਾਖੀ ਦਿੰਦੇ ਹਨ ਕਿ ਅਸੀਂ ਅਸਲ ਵਿੱਚ ਪਾਪੀ ਹਾਂ। ਇਸ ਕਰਕੇ ਸਾਨੂੰ ਧਰਤੀ ਤੇ ਹੇਠਾਂ ਸੁੱਟਣਾ ਪਿਆ। ਇਸ ਧਰਤੀ ਤੇ ਆਉਣ ਦਾ ਕਾਰਨ ਮੌਤ ਦੀ ਉਡੀਕ ਕਰਨਾ ਸੀ, ਪਰ ਪਿਤਾ ਅਤੇ ਮਾਤਾ ਜੀ ਨੇ ਸਾਡੇ ਤੇ ਦਇਆ ਕੀਤੀ, ਸਰੀਰ ਪਾਇਆ ਅਤੇ ਸਾਨੂੰ ਜੀਵਨ ਦੇ ਸਾਰੇ ਉੱਤਰ ਜਾਣਨ ਦਿੱਤੇ। ਉਹ ਸਾਨੂੰ ਪਾਪਾਂ ਦੀ ਮਾਫੀ ਦੇਣ ਆਏ। ਪਾਪੀ ਜੋ ਇਸ ਧਰਤੀ ਤੇ ਸੁੱਟ ਦਿੱਤੇ ਗਏ ਹਨ, ਆਪਣੇ ਅਨੰਤ ਘਰ ਵਿੱਚ ਕਿਵੇਂ ਮੁੜ ਸਕਦੇ ਹਨ? ਕਿਉਂਕਿ ਸਾਨੂੰ ਆਪਣੇ ਪਾਪਾਂ ਦੇ ਕਰਕੇ ਸਵਰਗ ਤੋਂ ਹੇਠਾਂ ਸੁੱਟ ਦਿੱਤਾ ਗਿਆ ਹੈ। ਤਦ ਅਸੀਂ ਪਾਪਾਂ ਦੀ ਮਾਫੀ ਦੇ ਬਿਨਾਂ ਕਦੀ ਵੀ ਉਸ ਦੁਨੀਆ ਵਿੱਚ ਨਹੀਂ ਮੁੜ ਸਕਦੇ ਹਾਂ ਜਿੱਥੇ ਅਸੀਂ ਮੂਲ ਰੂਪ ਤੋਂ ਸੀ। ਇਸ ਨੂੰ ਆਸਾਨੀ ਨਾਲ ਕਹਿਣ ਦੇ ਲਈ ਸਾਨੂੰ ਆਪਣੇ ਪਾਪਾਂ ਦੀ ਮਾਫੀ ਦੀ ਜ਼ਰੂਰਤ ਹੈ। ਆਓ ਅਸੀਂ ਅਫਸੀਆਂ ਅਧਿਆਇ 1 ਵਚਨ 7 ਦੇਖੀਏ, ਜਿਹਦੇ ਵਿੱਚ ਉਸ ਦੇ ਲਹੂ ਦੇ ਦੁਆਰਾ ਸਾਨੂੰ ਨਿਸਤਾਰਾ ਅਰਥਾਤ ਅਪਰਾਧਾਂ ਦੀ ਮਾਫੀ ਉਹਦੀ ਕਿਰਪਾ ਦੇ ਧਨ ਅਨੁਸਾਰ ਮਿਲਦੀ ਹੈ। ਇਸ ਵਚਨ ਵਿੱਚ ਉਸ ਦਾ ਲਹੂ ਕਿਸ ਨੂੰ ਦਰਸਾਉਂਦਾ ਹੈ? ਯੀਸ਼ੂ ਮਸੀਹ ਦੇ ਲਹੂ ਨੂੰ, ਜਿਸ ਦੇ ਦੁਆਰਾ ਸਾਡੇ ਪਾਪ ਮਾਫ ਕੀਤੇ ਜਾਂਦੇ ਹਨ। ਬੇਸ਼ੱਕ ਇਸ ਵਿੱਚ ਧਰਤੀ ਤੇ ਕੀਤੇ ਪਾਪ ਸ਼ਾਮਿਲ ਹਨ, ਪਰ ਇਸ ਵਚਨ ਵਿੱਚ ਪਾਪ ਉਹਨਾਂ ਪਾਪਾਂ ਨੂੰ ਦਰਸਾਉਂਦਾ ਹੈ ਜੋ ਅਸੀਂ ਸਵਰਗ ਵਿੱਚ ਕੀਤੇ ਸੀ। ਇਹ ਕਹਿੰਦਾ ਹੈ ਕਿ ਸਾਨੂੰ ਨਿਸਤਾਰਾ ਅਰਥਾਤ ਪਾਪਾਂ ਦੀ ਮਾਫੀ ਮਿਲੀ ਹੈ। ਸਾਡੇ ਪਾਪਾਂ ਦੀ ਮਾਫੀ ਦੇ ਲਈ ਕਿਹੜੇ ਸੱਚ ਵਿੱਚ ਯੀਸ਼ੂ ਮਸੀਹ ਦਾ ਲਹੂ ਸ਼ਾਮਿਲ ਹੈ? ਸਾਨੂੰ ਇਸ ਦਾ ਜਵਾਬ ਲੱਭਣਾ ਚਾਹੀਦਾ ਹੈ ਕਿ ਉੱਤਰ ਜਾਣਨਾ ਅਤੇ ਵਿਸ਼ਵਾਸ ਦਾ ਉਚਿਤ ਜੀਵਨ ਜਿਉਣ ਤੇ ਕਿ ਸਵਰਗ ਵਿੱਚ ਸਾਡੇ ਅਨੰਤ ਘਰ ਵਿੱਚ ਵਾਪਸ ਜਾਣਾ ਟਿਕਿਆ ਨਹੀਂ ਹੈ। ਆਓ ਅਸੀਂ ਮੱਤੀ ਅਧਿਆਇ 26 ਤੇ ਇੱਕ ਨਜ਼ਰ ਪਾਈਏ। ਅਧਿਆਇ 26 ਵਚਨ 17। ਪਤੀ ਦੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯੀਸ਼ੂ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾ ਤਿਆਰ ਕਰੀਏ? ਤਾਂ ਉਹਨੇ ਕਿਹਾ, ਸ਼ਹਿਰ ਵਿੱਚ ਫਲਾਣੇ ਕੋਲ ਜਾ ਕੇ ਉਹਨੂੰ ਕਹੋ, ਭਈ ਗੁਰੂ ਆਖਦਾ ਹੈ, ਮੇਰਾ ਵੇਲਾ ਨੇੜੇ ਆ ਗਿਆ, ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾ ਦਾ ਤਿਉਹਾਰ ਕਰਾਂਗਾ। ਚੇਲਿਆਂ ਨੇ ਜਿਸ ਤਰ੍ਹਾਂ ਯੀਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਕੀਤਾ ਤੇ ਪਸਾ ਤਿਆਰ ਕੀਤੀ। ਆਓ ਅਸੀਂ ਵਚਨ 26 ਤੇ ਜਾਈਏ। ਜਦੋਂ ਖਾ ਰਹੇ ਸਨ ਤਦ ਯੀਸ਼ੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਔਰ ਚੇਲਿਆਂ ਨੂੰ ਦੇ ਕੇ ਆਖਿਆ, ਲੋ ਖਾਓ, ਇਹ ਮੇਰਾ ਸਰੀਰ ਹੈ। ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ, ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਵਚਨ 28 ਦੇ ਅਨੁਸਾਰ ਉਹਨਾਂ ਨੇ ਆਪਣੇ ਲਹੂ ਦੇ ਦੁਆਰਾ ਕੀ ਵਾਅਦਾ ਕੀਤਾ? ਯੀਸ਼ੂ ਨੇ ਸਾਨੂੰ ਪਸਾ ਦੀ ਰੋਟੀ ਅਤੇ ਦਾਖਰਸ ਦਿੰਦੇ ਹੋਏ ਕਿਹਾ, ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਉਹਨਾਂ ਨੇ ਇਸ ਨੇਮ ਨੂੰ ਕੀ ਕਿਹਾ?
ਮਤੀ ਦੀ ਪੁਸਤਕ ਵਿੱਚ ਯੀਸ਼ੂ ਨੇ ਕਿਹਾ, ਇਹ ਨੇਮ ਦਾ ਮੇਰਾ ਲਹੂ ਹੈ, ਪਰ ਲੂਕਾ ਦੀ ਕਿਤਾਬ ਵਿੱਚ ਉਹਨਾਂ ਨੇ ਇਸ ਨੂੰ ਨਵੇਂ ਨੇਮ ਦਾ ਲਹੂ ਕਿਹਾ। ਯੀਸ਼ੂ ਨੇ ਸਾਨੂੰ ਪਾਪਾਂ ਦੀ ਮਾਫੀ ਦੇਣ ਦੇ ਲਈ ਨਵੇਂ ਨੇਮ ਦੇ ਆਪਣੇ ਲਹੂ ਦੇ ਰੂਪ ਵਿੱਚ ਪਸਾ ਦੀ ਰੋਟੀ ਅਤੇ ਦਾਖਰਸ ਦੇਣ ਦਾ ਅਰਥ ਸਮਝਾਇਆ। ਨਵੇਂ ਨੇਮ ਦੀ ਸਥਾਪਨਾ ਕਰਦੇ ਹੋਏ ਉਹਨਾਂ ਨੇ ਸਾਨੂੰ ਕੀਮਤੀ ਸਿੱਖਿਆ ਦਿੱਤੀ ਕਿ ਜੋ ਕੋਈ ਵੀ ਇਸ ਨੂੰ ਮਨਾਵੇਗਾ ਉਹ ਆਪਣੇ ਪਾਪਾਂ ਦੀ ਮਾਫੀ ਪਾਵੇਗਾ, ਕਿਉਂਕਿ ਅਸੀਂ ਸਵਰਗ ਵਿੱਚ ਕੀਤੇ ਗਏ ਸਾਡੇ ਪਾਪਾਂ ਦੇ ਕਰਕੇ ਸਰੀਰ ਪਾਉਂਦੇ ਹੋਏ ਧਰਤੀ ਤੇ ਜੀ ਰਹੇ ਹਾਂ। ਤਦ ਅਸੀਂ ਉਸ ਪਾਪ ਨੂੰ ਚੁੱਕਦੇ ਹੋਏ ਆਪਣੇ ਆਤਮਿਕ ਘਰ ਵਿੱਚ ਨਹੀਂ ਮੁੜ ਸਕਦੇ। ਸਾਨੂੰ ਆਪਣੇ ਪਾਪਾਂ ਦੀ ਪੂਰੀ ਤਰ੍ਹਾਂ ਮਾਫੀ ਦੀ ਜ਼ਰੂਰਤ ਹੈ, ਪਰ ਇਹ ਕੁਝ ਇਸ ਤਰ੍ਹਾਂ ਹੈ ਜਿਸ ਨੂੰ ਅਸੀਂ ਖੁਦ ਨਾਲ ਨਹੀਂ ਕਰ ਸਕਦੇ। ਮਰਕੁਸ ਅਧਿਆਇ 2 ਅਤੇ ਲੂਕਾ ਅਧਿਆਇ 5 ਦੇ ਅਨੁਸਾਰ ਕੋਈ ਵੀ ਪਾਪਾਂ ਨੂੰ ਮਾਫ ਨਹੀਂ ਕਰ ਸਕਦਾ, ਪਰ ਸਿਰਫ ਪਰਮੇਸ਼ਵਰ। ਫਿਰ ਜੇਕਰ ਕੋਈ ਪ੍ਰਗਟ ਹੁੰਦਾ ਹੈ ਅਤੇ ਨਵੇਂ ਨੇਮ ਦੇ ਸੱਚ ਦੇ ਦੁਆਰਾ ਮਨੁੱਖ ਜਾਤੀ ਦੇ ਪਾਪਾਂ ਨੂੰ ਮਾਫ ਕਰਦਾ ਹੈ, ਤਦ ਅਸੀਂ ਕੀ ਸਮਝ ਸਕਦੇ ਹਾਂ ਕਿ ਉਹ ਕੌਣ ਹੈ? ਉਹ ਪਰਮੇਸ਼ਵਰ ਹੈ। ਉਹ ਕੌਣ ਹੈ ਜੋ ਇਸ ਧਰਤੀ ਤੇ ਆਏ ਅਤੇ ਨਵੇਂ ਨੇਮ ਦੇ ਪਸਾ ਦੇ ਦੁਆਰਾ ਸਾਰੇ ਮਨੁੱਖ ਜਾਤੀ ਦੇ ਪਾਪਾਂ ਨੂੰ ਮਾਫ ਕੀਤਾ? ਪਿਤਾ ਅਨਸੰਗ ਜੀ ਅਤੇ ਸਵਰਗੀ ਮਾਤਾ ਨਵੀਂ ਯਰੂਸ਼ਲਮ ਧਰਤੀ ਤੇ ਆਏ ਅਤੇ ਸਾਨੂੰ ਪਸਾ ਦੀ ਰੋਟੀ ਅਤੇ ਦਾਖਰਸ ਖਾਣ ਅਤੇ ਪੀਣ ਦੀ ਇਜਾਜ਼ਤ ਦਿੱਤੀ। ਇਸ ਤਰ੍ਹਾਂ ਪਰਮੇਸ਼ਵਰ ਨੇ ਸਾਨੂੰ ਸਾਰਿਆਂ ਦੇ ਲਈ ਵਡਿਆਈ ਭਰਿਆ ਰਾਹ ਖੋਲ ਕੇ ਸਾਨੂੰ ਜੀਵਨ ਦਾ ਮਕਸਦ ਅਤੇ ਦਿਸ਼ਾ ਦਿੱਤੀ। ਧਰਤੀ ਤੇ ਸਮੇਂ ਬੀਤ ਜਾਣ ਤੇ ਸਾਰੇ ਕਸ਼ਟਾਂ ਦਾ ਅੰਤ ਹੁੰਦਾ ਹੈ, ਪਰ ਜੇਕਰ ਜੀਵਨ ਦਾ ਮਕਸਦ ਨਹੀਂ ਮਿਲਦਾ ਅਤੇ ਸਵਰਗ ਦੇ ਰਾਜ ਦੀ ਵਡਿਆਈ ਦੁਬਾਰਾ ਸਥਾਪਿਤ ਨਹੀਂ ਹੁੰਦੀ ਹੈ, ਤਦ ਸਾਰੀ ਮਨੁੱਖ ਜਾਤੀ ਜ਼ਰੂਰੀ ਚੀਜ਼ ਜੋ ਨਿਆਂ ਹੈ ਦਾ ਸਾਹਮਣਾ ਕਰੇਗੀ ਅਤੇ ਅਨੰਤ ਨਰਕ ਦੀ ਪੀੜਾ ਦਾ ਸਾਹਮਣਾ ਕਰੇਗੀ। ਆਤਮਾ ਅਤੇ ਲਾੜੀ ਨੇ ਸਾਡੇ ਤੇ ਦਇਆ ਕੀਤੀ ਅਤੇ ਸਰੀਰ ਵਿੱਚ ਧਰਤੀ ਤੇ ਆਏ। ਉਹ ਹੁਣ ਵੀ ਸਿਓਨ ਦੀਆਂ ਸੰਤਾਨਾਂ ਨੂੰ ਲੱਭ ਰਹੇ ਹਨ। ਤੋਬਾ ਕਰਦੇ ਹੋਏ ਆਓ ਅਸੀਂ ਮੁਕਤੀ ਪ੍ਰਾਪਤ ਕਰੀਏ ਅਤੇ ਬਿਨਾਂ ਅਸਫਲ ਹੋਏ ਅਨੰਤ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰੀਏ, ਆਸ ਕਰਦੇ ਹੋਏ ਕਿ ਅਸੀਂ ਸਾਰੇ ਸਵਰਗ ਦੇ ਰਾਜ ਵਿੱਚ ਜੋ ਨੇੜੇ ਹੈ ਪ੍ਰਵੇਸ਼ ਕਰਨ ਦੇ ਯੋਗ ਜੀਵਨ ਜੀ ਸਕਦੇ ਹਾਂ। ਮੈਂ ਇਸ ਉਪਦੇਸ਼ ਨੂੰ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।